ਭੁੱਖੇ ਭਗਤ ਨ ਕੀਜੈ, ਯਹ ਮਾਲਾ ਆਪਣੀ ਲੀਜੈ। ਹਉ ਮੰਗੋ ਸੰਤਨ ਰਹਿਣਾ, मैं नाही किसी का देना। माधो कैसी बने तुम संगे, आप न देहो तले मोह मंगे। रहाओ दोए शेर मंगो चूना, पाओ घियो संग लूना। अध शेर मंगो धाले, मोको दोनों वक्त जिवाले। खाट मंगो चौपाई, सिरहाना अबर तुलाई। ऊपर को मांगो खींदा, तेरी भगत करे जन थींदा। मैं नाही कीता लबो, एक नाउ तेरा मैं फब्बो। कह कबीर मन मानिया, मन मानिया तो हर जानिया। वाहिगुरु जी का खालसा, वाहिगुरु जी की फतेह। ਇਹ ਸ਼ਬਦ ਸੋਰਠ ਰਾਗ ਵਿੱਚ ਭਗਤ ਕਬੀਰ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ 11ਵਾਂ ਸ਼ਬਦ। ਰਾਗ ਸੋਰਠ, ਸੋਰਠ ਰਾਗ ਵਿੱਚ ਭਗਤ ਕਬੀਰ ਜੀ ਇੱਕ ਐਸੀ ਆਦਰਸ਼ਕ ਭਗਤੀ ਦੀ ਮਿਸਾਲ ਹਨ, ਕਿਉਂਕਿ ਉਹ ਸਾਡੇ ਵਾਂਗੂ ਗ੍ਰਸਤੀ ਵੀ ਹਨ, ਪਰਿਵਾਰ ਵਾਲੇ ਵੀ ਹਨ ਔਰ ਸਾਧੂ ਸੰਤਾਂ ਦੀ ਸੰਗਤ ਵੀ ਕਰਦੇ ਨੇ, ਸੇਵਾ ਵੀ ਕਰਦੇ ਨੇ। ਪੁਰਾਤਨ ਗੁਰਸਿੱਖਾਂ ਦਾ ਜੀਵਨ ਪੜ੍ਹ ਕੇ ਵੀ ਪਤਾ ਲੱਗਦਾ। ਮੇਰੇ ਅਤੀ ਸਤਿਕਾਰਯੋਗ ਗਿਆਨੀ ਗੁਰਚਰਨ ਸਿੰਘ ਜੀ ਵੈਦ ਰੁੜਕੀ ਵਾਲੇ, ਜਿਨ੍ਹਾਂ ਦਾ ਪਿੰਡ ਰੁੜਕੀ ਨਵੇਂ ਸ਼ਹਿਰ ਦੇ ਬਿਲਕੁਲ ਨੇੜੇ, ਉਹਨਾਂ ਦੀ ਸੰਗਤ ਵੀ ਕੀਤੀ ਤੇ ਉਹਨਾਂ ਦੀ ਗੁਰਮਤਿ ਦੀ ਜਾਣਕਾਰੀ ਵੀ ਪ੍ਰਾਪਤ ਕੀਤੀ। ਲੁਧਿਆਣੇ ਸ਼ਹਿਰ ਦੇ ਅੰਦਰ ਕਲਗੀਧਰ ਸਿੰਘ ਸਭਾ ਵਿੱਚ ਗ੍ਰੰਥੀ ਸਿੰਘਾਂ ਦਾ ਇੱਕ ਟ੍ਰੇਨਿੰਗ ਕੈਂਪ ਲੱਗਾ। ਵੈਦ ਜੀ ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਹੈੱਡ ਪ੍ਰਚਾਰਕ ਸਨ। ਪਹਿਲੀ ਵਾਰੀ ਦਰਸ਼ਨ ਕੀਤੇ, ਗੋਲਡ ਮੈਡਲਿਸਟ ਸਨ। ਧਰਮਾਂ ਦੀ ਸਭਾ ਵਿੱਚ ਉਹ ਬਹੁਤ ਸਨਮਾਨੇ ਜਾਂਦੇ ਸੀ, ਕਿਉਂਕਿ ਸਿੱਖ ਧਰਮ ਦੀ ਵਿਆਖਿਆ ਬੜੇ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਕਰਦੇ ਸਨ। ਤੋ ਗ੍ਰੰਥੀ ਸਿੰਘਾਂ ਦੇ ਟ੍ਰੇਨਿੰਗ ਕੈਂਪ ਵਿੱਚ ਮੈਂ ਵੀ ਸ਼ਾਮਲ ਸਾਂ। ਉਹਨਾਂ ਦੇ ਮੁਖਾਰਬਿੰਦ ਤੋਂ ਪੁਰਾਤਨ ਗੁਰਸਿੱਖਾਂ ਦੇ ਜੀਵਨ ਦੀ ਗਾਥਾ ਸੁਣੀ। ਹਰਿਮੰਦਰ ਸਾਹਿਬ ਦੇ ਪੁਰਾਤਨ ਗ੍ਰੰਥੀ ਸਿੰਘਾਂ, ਕੀਰਤਨੀਏ ਸਿੰਘਾਂ ਦਾ ਉੱਚਾ ਸੁੱਚਾ ਜੀਵਨ ਵੀ ਸੁਣਿਆ। ਜਿਹੜੀ ਗੱਲ ਮੈਂ ਇਸ ਸ਼ਬਦ ਨੂੰ ਵਿਚਾਰਨ ਤੋਂ ਪਹਿਲਾਂ ਦੱਸਣੀ ਚਾਹੁੰਦਾ, ਉਹ ਇਹ ਹੈ ਕਿ ਗੁਰਮਤਿ ਦਾ ਮਾਰਗ ਹੀ ਇਹੋ ਜਿਹਾ। ਉਹਨਾਂ ਨੇ ਦੱਸਿਆ ਕਿ ਜਿਹੜੇ ਪੁਰਾਤਨ ਗੁਰਸਿੱਖ ਸਨ, ਉਹ ਗੁਰੂ ਕੋਲੋਂ ਸੇਵਾ ਕਰਦਿਆਂ ਗੁਰੂ ਦੀ ਪ੍ਰਸੰਨਤਾ ਹੋ ਜਾਣ ਤੇ ਜੇ ਗੁਰੂ ਮਿਹਰ ਦੇ ਘਰ ਆ ਕੇ ਪੁੱਛਦੇ, 10 ਭਾਈ ਸਿੱਖਾ ਤੈਨੂੰ ਕੀ ਚਾਹੀਦਾ? ਸਿੱਖ ਦੀਆਂ ਮੰਗਾਂ 3 ਹੁੰਦੀਆਂ ਸਨ। ਸਿੱਖ ਭੁੱਖਾ ਮੁੜੇ ਨਾ, ਕੰਮ ਕਦੇ ਥੋੜੇ ਨਾ, ਧਨ ਕਦੇ ਜੁੜੇ ਨਾ। ਇਹਦਾ ਮਤਲਬ ਕੀ ਸੀ ਕਿ ਇੰਨਾ ਕੁ ਮੇਰੇ ਘਰ ਖਾਣ ਪੀਣ ਨੂੰ ਪਦਾਰਥ ਹੋਣ ਕਿ ਮੇਰਾ ਪਰਿਵਾਰ ਵੀ ਖਾਵੇ ਤੇ ਜਿਹੜਾ ਗੁਰਸਿੱਖ ਅਤਿਥੀ ਅਭਿਆਗਤ
ਲੋੜਵੰਦ ਮੇਰੇ ਘਰ ਆਵੇ ਉਹ ਵੀ ਭੁੱਖਾ ਨਾ ਜਾਏ। ਔਰ ਕੰਮ ਕਦੇ ਥੋੜ੍ਹੇ ਨਾ, ਕਿਉਂਕਿ ਮੈਂ ਗ੍ਰਸਤੀ ਹਾਂ ਅਤੇ ਗ੍ਰਸਤੀ ਨੂੰ ਬੱਚੇ ਦਾ ਕਾਜ, ਬੱਚੀ ਦਾ ਕਾਜ ਵੀ ਕਰਨਾ ਪੈਂਦਾ। ਇਹ ਥੋੜ੍ਹੇ ਨਾ, ਪਰ ਧਨ ਬਹੁਤਾ ਜੁੜੇ ਨਾ, ਕਿਉਂਕਿ ਜਿੱਥੇ ਬਹੁਤਾ ਆ ਜਾਂਦਾ ਉੱਥੇ ਫਿਰ ਇਹ ਕਈ ਖਰਾਬੀਆਂ ਨੂੰ ਜਨਮ ਦਿੰਦਾ। ਮੈਨੂੰ ਉਹਨਾਂ ਦੀ ਇਹ ਗੱਲ ਹਮੇਸ਼ਾ ਪ੍ਰੇਰਨਾ ਦਿੰਦੀ। ਭਗਤ ਕਬੀਰ ਜੀ ਦਾ ਇਹ ਸ਼ਬਦ ਪੜ੍ਹ ਕੇ ਵੀ ਮੈਨੂੰ ਇਹਦੇ ਤੋਂ ਇਹੀ ਪ੍ਰੇਰਨਾ ਮਿਲ ਰਹੀ। ਭਗਤ ਜੀ ਕਹਿੰਦੇ ਹਨ, ਹੇ ਪ੍ਰਭੂ ਮਾਧੋ, ਇਹ ਸ਼ਬਦ ਪਰਮਾਤਮਾ ਲਈ ਗੁਰਬਾਣੀ ਵਿੱਚ ਅਨੇਕਾਂ ਵਾਰ ਆਏ, ਜਿਸ ਦਾ ਅਰਥ ਹੈ ਮਾਇਆ ਦਾ ਪਤੀ, ਮਾਇਆ ਦਾ ਖਸਮ, ਮਾਲਕ। ਮਾਧੋ ਕੈਸੀ ਬਨੇ ਤੁਮ ਸੰਗੇ, ਹੇ ਪਰਮਾਤਮਾ ਤੇਰੇ ਨਾਲ ਕਿਵੇਂ ਪ੍ਰੀਤ ਬਣ ਸਕਦੀ। ਗੱਲ ਕੁਦਰਤੀ ਹੈ। ਸਾਡੇ ਸਮਾਜ ਵਿੱਚ ਇੱਕ ਮੁਹਾਵਰਾ ਹੈ, ਪੇਟ ਨਾ ਪਈਆਂ ਰੋਟੀਆਂ ਤਾਂ ਸਭੇ ਗੱਲਾਂ ਖੋਟੀਆਂ। ਬੰਦਾ ਢਿੱਡੋਂ ਭੁੱਖਾ ਹੋਵੇ, ਉਹਨੂੰ ਆਖੋ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰ, ਉਹਨੂੰ ਆਖੋ ਬੈਠ ਕੇ ਨਿਤਨੇਮ ਕਰ, ਉਹਨੂੰ ਆਖੋ ਤੂੰ ਕੀਰਤਨ ਸੁਣਾ, ਉਹਦਾ ਮਨ ਨਹੀਂ ਲੱਗੇ। ਖਿਮਾ ਕਰਨਾ, ਗੁਰੂ ਸਾਹਿਬਾਨ ਤੋਂ ਕੁਰਬਾਨ ਜਾਈਏ। ਉਹਨਾਂ ਨੇ ਹੁਕਮ ਕੀਤਾ, ਪਹਿਲੇ ਪੰਗਤ ਪਾਛੇ ਸੰਗਤ। ਗੁਰੂ ਅਮਰਦਾਸ ਜੀ ਨੇ ਤਾਂ ਪੱਕਾ ਨਿਯਮ ਬਣਾਇਆ ਸੀ, ਭਾਈ ਸਾਡੇ ਦਰਸ਼ਨ ਕਰਨੇ ਨੇ, ਪਹਿਲਾਂ ਪੰਗਤ ਵਿੱਚ ਬਹਿ ਕੇ ਲੰਗਰ ਛਕੋ। ਇਹ ਗੱਲ 16 ਆਨੇ ਠੀਕ ਹੈ। ਜਦੋਂ ਤੀਕਰ ਮਨੁੱਖ ਦੇ ਅੰਦਰ ਰੋਟੀ ਦੀ ਭੁੱਖ, ਲੋੜਾਂ ਦੀ ਭੁੱਖ ਬਣੀ ਰਹੇਗੀ, ਉਹ ਇੱਕ ਮਨ ਇੱਕ ਚਿੱਤ ਹੋ ਕੇ ਪਰਮਾਤਮਾ ਦੀ ਭਗਤੀ ਨਹੀਂ ਕਰ ਸਕੇ। ਇਸ ਲਈ ਭਗਤ ਕਬੀਰ ਜੀ ਨੇ ਹੋਰ ਵੀ ਕਈ ਜਗ੍ਹਾ ਬਾਣੀ ਵਿੱਚ ਲਿਖਿਆ, ਇਹ ਜਿਹੜੇ ਲੋਕ ਦਿਖਾਵਾ ਕਰਦੇ ਨੇ, ਅਸੀਂ ਜੀ ਮਾਇਆ ਨੂੰ ਹੱਥ ਨਹੀਂ ਲਾਉਂਦੇ, ਇਹ ਪਖੰਡ ਕਰਦੇ। ਕਬੀਰ ਜੀ ਨੇ ਤੇ ਕਿਹਾ, ਕਹੋ ਕਬੀਰ ਜਿਸ ਉਦਰ ਤਿਸ ਮਾਇਆ। ਜਿਸ ਨੂੰ ਪਰਮਾਤਮਾ ਨੇ ਢਿੱਡ ਲਾਇਆ ਉਹਨੂੰ ਮਾਇਆ ਚਾਹੀਦੀ। ਖਿਮਾ ਕਰਨਾ, ਮੈਂ ਕਿਸੇ ਸੰਤ ਮਹਾਤਮਾ ਦਾ ਕੋਈ ਵਿਰੋਧ ਜਾਂ ਨਿੰਦਕ ਨਹੀਂ, ਪਰ ਮੈਂ ਦੇਖਦਾ ਕਿ ਇਹ ਸਿੱਖੀ ਦੇ ਅਨੁਕੂਲ ਨਹੀਂ ਹੈਗਾ। ਸਾਡੇ ਸੰਤ ਜੀ ਮਾਇਆ ਨੂੰ ਹੱਥ ਨਹੀਂ ਲਾਉਂਦੇ। ਅਤੇ ਮੈਂ ਕਿਹਾ ਕਰਦਾ ਵੀ ਜਿਹੜੀ ਸੰਤਾਂ ਦੀ ਕਾਰ ਹੈ, ਇਹ ਮਾਇਆ ਤੋਂ ਬਿਨਾਂ ਆਈ। ਜਿਹੜਾ ਇਸ ਗੱਡੀ 'ਚ ਪੈਟਰੋਲ ਤੇਲ ਫੁੱਕਦਾ ਉਹ ਮਾਇਆ ਤੋਂ ਬਿਨਾਂ ਹੁੰਦਾ। ਐਸਾ ਪਖੰਡ ਨਾ ਕਰੋ। ਭਗਤ ਕਬੀਰ ਜੀ ਕਹਿੰਦੇ ਨੇ, ਹੇ ਵਾਹਿਗੁਰੂ ਮਾਧੋ ਕੈਸੀ ਬਨੇ ਤੁਮ ਸੰਗੇ, ਤੁਹਾਡੇ ਨਾਲ ਮੇਰੀ ਪ੍ਰੀਤ ਕਿਵੇਂ ਬਣ ਸਕਦੀ। ਜੇ ਮੇਰੀਆਂ ਯੋਗ ਲੋੜਾਂ ਪੂਰੀਆਂ ਨਹੀਂ ਹੋਣਗੀਆਂ ਤਾਂ ਮੈਂ ਕਿਵੇਂ ਭਗਤੀ ਕਰ ਸਕਦਾ। ਸੱਚਮੁੱਚ ਤ੍ਰਿਸ਼ਨਾ ਦੇ ਅਧੀਨ ਰਹਿ ਕੇ ਬੰਦਾ ਪਰਮਾਤਮਾ ਵਾਲੇ ਪਾਸੇ ਨਹੀਂ ਤੁਰ ਸਕਦਾ। ਤ੍ਰਿਸ਼ਨਾ ਤੇ ਬੁਝਣੀ ਚਾਹੀਦੀ। ਹਾਂ, ਇਹ ਠੀਕ ਹੈ ਕਿ ਬਹੁਤੇ ਅਮੀਰ ਬਣਨ ਦੀ ਲਾਲਸਾ ਨਾ ਹੋਵੇ, ਪਰ ਜਿਹੜੀਆਂ ਲੋੜਾਂ ਹਨ ਉਹ ਤਾਂ ਪੂਰੀਆਂ ਹੋਣੀਆਂ ਚਾਹੀਦੀਆਂ। ਜਿਵੇਂ ਸਿਆਣੇ ਲੋਕਾਂ ਨੇ ਤੱਤ ਕੱਢਿਆ ਕਿ ਇਸ ਸੰਸਾਰ ਵਿੱਚ ਰਹਿਣ ਲਈ ਬੁਨਿਆਦੀ ਜ਼ਰੂਰਤਾਂ ਹਨ, ਕੁੱਲੀ, ਜੁੱਲੀ ਅਤੇ ਗੁੱਲੀ। ਸਿਰ ਢੱਕਣ ਲਈ ਕੁੱਲੀ ਚਾਹੀਦੀ ਹੈ, ਸਰੀਰ ਢੱਕਣ ਲਈ ਜੁੱਲੀ ਚਾਹੀਦੀ ਹੈ ਅਤੇ ਢਿੱਡ ਭਰਨ ਲਈ ਗੁੱਲੀ ਚਾਹੀਦੀ। ਭਗਤ ਕਬੀਰ ਜੀ ਬਿਲਕੁਲ ਉਹੀ ਗੱਲ ਕਰ ਰਹੇ। ਮਾਧੋ ਕੈਸੀ ਬਨੇ ਤੁਮ ਸੰਗੇ, ਤੁਹਾਡੇ ਨਾਲ ਮੇਰੀ ਪ੍ਰੀਤ ਕਿਵੇਂ ਬਣੇ।
ਜੇ ਤੱਕ ਮੇਰੀਆਂ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਨਹੀਂ ਹੋਣਗੀਆਂ, ਮੈਂ ਆਏ ਗਏ ਸਾਧੂ ਨੂੰ ਲੰਗਰ ਨਹੀਂ ਛਕਾ ਸਕਾਂਗਾ, ਮੇਰੇ ਪਰਿਵਾਰ ਦੇ ਮੈਂਬਰ ਭੁੱਖੇ ਹੋਣਗੇ, ਉਦੋਂ ਤੱਕ ਭਗਤੀ ਵੱਲ ਚਿੱਤ ਨਹੀਂ ਲੱਗ ਸਕੇਗਾ। ਇਸ ਲਈ ਮੈਂ ਚਾਹੁੰਦਾ ਮੇਰੀ ਪ੍ਰੀਤ ਤੁਹਾਡੇ ਨਾਲ ਬਣੇ, ਪਰ ਉਸ ਪ੍ਰੀਤ ਨੂੰ ਬਣਾਉਣ ਵਾਸਤੇ ਆਹ ਜ਼ਰੂਰੀ ਚੀਜ਼ਾਂ ਤੇ ਮੈਨੂੰ ਚਾਹੀਦੀਆਂ। ਮਾਧੋ ਕੈਸੀ ਬਨੇ ਤੁਮ ਸੰਗੇ, ਆਪ ਨ ਦੇਹੁ ਤਲੇ ਮੋਹ ਮੰਗੇ। ਜੇ ਤੁਸੀਂ ਆਪ ਨਹੀਂ ਦਿਓਗੇ ਮੈਂ ਮੰਗ ਲਵਾਂਗਾ। ਦੇਖੋ ਬੱਚਾ ਹੈ, ਅਬਲੇ ਤੇ ਮਾਂ ਬਾਪ ਬੱਚੇ ਦੀਆਂ ਲੋੜਾਂ ਆਪ ਹੀ ਪੂਰੀਆਂ ਕਰਦੇ ਨੇ, ਪਰ ਕਈ ਵਾਰੀ ਐਸਾ ਵੀ ਅਵਸਰ ਆਉਂਦਾ ਕਿ ਮਾਂ ਬਾਪ ਨਾ ਧਿਆਨ ਦੇਣ ਤੇ ਬੱਚਾ ਕਹਿ ਵੀ ਦਿੰਦਾ ਮੈਨੂੰ ਆਹ ਚੀਜ਼ ਚਾਹੀਦੀ ਹੈ, ਮੈਨੂੰ ਟੀਚਰ ਨੇ ਕਿਹਾ ਕਿ ਆਹ ਕਿਤਾਬ ਲੈ ਕੇ ਆਉਣੀ ਹੈ, ਆਹ ਕਾਪੀ ਲੈ ਕੇ ਆਉਣੀ ਹੈ। ਤਾਂ ਮੇਰਾ ਕਹਿਣ ਦਾ ਮਤਲਬ ਭਗਤ ਜੀ ਦਾ ਤਰੀਕਾ ਬੜਾ ਸਰਲ, ਬੜਾ ਸੌਖਾ, ਮੈਨੂੰ ਤੁਹਾਨੂੰ ਸਾਰਿਆਂ ਨੂੰ ਸਮਝ ਆ ਜਾਣ ਵਾਲਾ। ਮਾਧੋ ਕੈਸੀ ਬਨੇ ਤੁਮ ਸੰਗੇ, ਆਪ ਨ ਦੇਹੁ ਤਲੇ ਮੋਹ ਮੰਗੇ। ਜੇ ਤੁਸੀਂ ਆਪ ਮੇਰੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰੋਗੇ ਮੈਂ ਮੰਗ ਲਵਾਂਗਾ। ਇਹ ਬੜੇ ਲਾਡ ਪਿਆਰ ਦੀ ਗੱਲ ਹੈ, ਇਹ ਕੋਈ ਰੱਬ ਨਾਲ ਧੱਕੇਬਾਜ਼ੀ ਨਹੀਂ ਹੈਗੀ, ਇਹ ਤਾਂ ਪਿਆਰ ਹੈ। ਆਖਿਆ ਭੁੱਖੇ ਭਗਤ ਨ ਕੀਜੈ, ਢਿੱਡੋਂ ਭੁੱਖੇ ਰਹਿ ਕੇ ਮੈਂ ਤੁਹਾਡੀ ਭਗਤੀ ਨਹੀਂ ਕਰ ਸਕਦਾ। ਕਈ ਵਿਦਵਾਨਾਂ ਨੇ ਇਸ ਦੇ ਕਈ ਅਰਥ ਕੀਤੇ। ਤ੍ਰਿਸ਼ਨਾਲੂ ਬਣ ਕੇ ਵੀ ਭਗਤੀ ਨਹੀਂ ਹੋ ਸਕਦੀ, ਪਰ ਮੈਂ ਉਸ ਬੋਝ ਤੋਂ ਹਮੇਸ਼ਾ ਆਪ ਬਚਣਾ ਚਾਹੁੰਦਾ, ਸਰੋਤਿਆਂ ਨੂੰ ਬਚਾਉਣਾ ਚਾਹੁੰਦਾ। ਕਿਉਂਕਿ ਜਦੋਂ ਕਈ ਖਿਆਲ ਦੇ ਦਿੱਤੇ ਜਾਣ, ਉਹਨਾਂ ਵਿੱਚੋਂ ਹੁਣ ਕਿਹੜਾ ਠੀਕ ਤੇ ਕਿਹੜਾ ਗਲਤ ਮੁਸ਼ਕਿਲ ਹੋ ਜਾਏ। ਗੱਲ ਬੜੀ ਸਰਲ ਹੈ ਕਿ ਭੁੱਖਿਆਂ ਭਗਤੀ ਨਹੀਂ ਹੋ ਸਕਦੀ। ਯੈ ਮਾਲਾ ਆਪਣੀ ਲੀਜੈ, ਇਹ ਜਿਹੜਾ ਮਾਲਾ ਅੱਖਰ ਹੈ, ਕਈ ਇੱਥੇ ਆ ਕੇ ਅੜ ਗਏ। ਕਿਉਂ ਜੀ? ਭਗਤ ਜੀ ਮਾਲਾ ਫੇਰਦੇ ਸੀ, ਉਹ ਤੇ ਕਹਿੰਦੇ ਨੇ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ। ਉਹਨਾਂ ਨੇ ਤੇ ਮਾਲਾ ਦਾ ਨਿਖੇਧ ਵੀ ਕੀਤਾ। ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲਾਉਣਾ ਜਾਨਾ। ਤੋ ਅਸੀਂ ਇਸ ਬਹਿਸ ਵਿੱਚ ਨਾ ਪਈਏ। ਇੱਕ ਆਮ ਕਹਾਵਤ ਵੀ ਹੈ, ਜਿਹੜਾ ਬੰਦਾ ਘਰ ਦਾ ਕੰਮ ਨਾ ਕਰੇ, ਘਰ ਵਾਲੇ ਕਹਿੰਦੇ ਵੀ ਤੂੰ ਫਿਰ ਮਾਲਾ ਫੜ ਕੇ ਬਹਿ ਜਾ। ਗੱਲ ਮਾਲਾ ਫੜਨ ਫੜਾਉਣ ਦੀ ਨਹੀਂ, ਉਹਦੇ ਵਿਹਲੇ ਰਹਿਣ ਦੀ ਗੱਲ। ਤੋ ਭਗਤ ਜੀ ਕਹਿੰਦੇ ਨੇ ਹੇ ਪਰਮਾਤਮਾ, ਢਿੱਡੋਂ ਭੁੱਖੇ ਰਹਿ ਕੇ ਤਥਾ ਇਹਨਾਂ ਲੋੜਾਂ ਵੱਲ ਧਿਆਨ ਲੱਗਾ ਰਹੇਗਾ ਤੇ ਭਗਤੀ ਨਹੀਂ ਹੋ ਸਕੇ। ਇਸ ਲਈ ਮੇਰੀ ਰਿਕੁਐਸਟ ਹੈ, ਮੇਰੀ ਅਰਦਾਸ ਹੈ, ਮੇਰੀ ਬੇਨਤੀ ਹੈ, ਮੇਰੇ ਤੇ ਕਿਰਪਾ ਕਰੋ। ਮੈਂ ਭਗਤੀ ਤੇ ਕਰਨੀ ਚਾਹੁੰਦਾ, ਮੈਂ ਤੁਹਾਡੇ ਨਾਲ ਪ੍ਰੀਤ ਨਿਭਾਉਣੀ ਚਾਹੁੰਦਾ, ਪਰ ਇਹ ਗੱਲ ਸਪਸ਼ਟ ਹੈ ਕਿ ਭੁੱਖੇ ਭਗਤ ਨਾ ਕੀਜੈ। ਜਦੋਂ ਬੰਦਾ ਸੰਤੁਸ਼ਟ ਹੋਵੇ ਨਾ, ਫਿਰ ਨਿਤਨੇਮ ਕਰਨ ਨੂੰ ਬੜਾ ਜੀਅ ਕਰਦਾ, ਫਿਰ ਸਿਮਰਨ ਕਰਨ ਨੂੰ ਬੜਾ ਜੀਅ ਕਰਦਾ। ਤੇ ਜੇ ਸੰਤੁਸ਼ਟੀ ਨਾ ਹੋਵੇ, ਫਿਰ ਬੰਦੇ ਦਾ ਧਿਆਨ ਮੁੜ ਮੁੜ ਕੇ ਉਧਰ ਹੀ ਚਲਾ ਜਾਂਦਾ। ਗੱਲ ਸੰਤੁਸ਼ਟੀ ਦੀ। ਭੁੱਖੇ ਭਗਤ ਨ ਕੀਜੈ, ਜੈ ਮਾਲਾ ਆਪਣੀ ਲੀਜੈ। ਕਿਉਂਕਿ ਭਗਤ ਜਨ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ। ਹੁਣ ਕਈਆਂ ਨੇ ਕਿਹਾ ਜੀ ਆਕਾਸ਼ਬਾਣੀ ਹੋਈ, ਦੱਸ ਬਈ ਭਗਤਾ ਤੈਨੂੰ ਕੀ ਚਾਹੀਦਾ। ਚਲੋ ਆਪਣਾ ਆਪਣਾ ਤਰੀਕਾ ਹੈ, ਆਪਾਂ ਕਿਸੇ ਨੂੰ ਗਲਤ ਨਹੀਂ ਕਹਿੰਦੇ। ਗੱਲ ਤਾਂ ਰੱਬ ਨਾਲ ਗੱਲ ਹੋ ਰਹੀ ਹੈ, ਭਗਤ ਜਨਾਂ ਦੀ ਰੱਬ ਨਾਲ ਗੱਲ ਹੁੰਦੀ ਹੈ। ਪਰਮਾਤਮਾ ਨੇ ਆਖਿਆ ਦੱਸ ਬਈ ਭਗਤਾ ਕੀ ਚਾਹੀਦਾ।
महाराज मेरियां आ लोड़ां हन। सब तो पहला ते मेरी मंग ये है, हाँ मांगो संतन रेना। पहली मंग मेरी ये है कि तुहाडे संतां दी चरण धूड़ी मिले। आपां कदे मंगी है? ਅਸੀਂ ਤੇ ਆਨੇ ਸਾਨੂੰ ਕੋਠੀ ਚਾਹੀਦੀ ਹੈ, ਕਾਰ ਚਾਹੀਦੀ ਹੈ, ਉਹ ਚਾਹੀਦਾ, ਆਹ ਚਾਹੀਦਾ। ਸੰਤਾਂ ਦੀ ਸੰਗਤ ਅਸੀਂ ਕਦੇ ਮੰਗਦੇ ਹੀ ਨਹੀਂ। ਭਗਤ ਜੀ ਕਹਿ ਰਹੇ ਨੇ, ਭੂਖੇ ਭਗਤ ਨ ਕੀਜੈ, ਯਹ ਮਾਲਾ ਆਪਣੀ ਲੀਜੈ। ਹਉ ਮੰਗੋ ਸੰਤਨ ਰਹਿਣਾ। ਸਭ ਤੋਂ ਪਹਿਲੀ ਮੰਗ ਮੇਰੀ ਹੈ ਕਿ ਸੰਤਾਂ ਦੀ ਚਰਨ ਧੂੜ ਮਿਲੇ, ਸੰਤਾਂ ਦੀ ਸੰਗਤ ਮਿਲੇ। दूसरी मंग ये है, मैं ना ही किसी का देना। मैं किसी का कर्जा भी ना देना हो। ये ना होवे कि रोज बई खाता लैके शाह जी मेरे दरवाजे ते आए रहे। देखो साध संगत भगतां दा जीवन बड़ा आदर्शक जीवन है। ਇਹਦੇ ਤੋਂ ਸਾਨੂੰ ਸਭ ਨੂੰ ਸਿੱਖਿਆ ਮਿਲਦੀ। ਬੰਦਾ ਕਰਜ਼ੇ ਕਦੋਂ ਲੈਂਦਾ? ਅੱਜ ਮੈਂ ਜਦੋਂ ਕਿਸੇ ਕਿਸਾਨ ਨੂੰ ਪੁੱਛਦਾ, ਤੁਸੀਂ ਕਰਜ਼ਾ ਕਿਉਂ ਲਿਆ ਜੀ, ਕਾਹਦੇ ਲਈ ਲਿਆ ਜੀ? ਠੀਕ ਹੈ, ਸਰਕਾਰਾਂ ਨੇ ਵੋਟਾਂ ਲੈਣ ਲਈ ਬੜੇ ਚੱਕਰ ਚਲਾਏ, ਭੋਲੇ ਭਾਲੇ ਲੋਕਾਂ ਨੂੰ ਕਰਜ਼ੇ 'ਚ ਫਸਾਇਆ। ਉਹ ਵੀ ਟਾਈਮ ਸੀ ਜਦੋਂ ਲੋਕ ਕਰਜ਼ਾ ਨਹੀਂ ਸੀ ਲੈਂਦੇ, ਜਾਂ ਚਲੋ ਲੋੜ ਵੇਲੇ ਲੈਂਦੇ ਵੀ ਹੋਣਗੇ ਮਾੜਾ ਮੋਟਾ। ਭਗਤ ਜੀ ਤਾਂ ਕਹਿੰਦੇ ਨੇ, ਮੈਨੂੰ ਇਹ ਕਿਰਪਾ ਕਰ ਦਿਓ ਵੀ ਮੈਂ ਕਿਸੇ ਦਾ ਕਰਜ਼ਾ ਹੀ ਨਾ ਹੋ, ਕਿਉਂਕਿ ਕਰਜ਼ਾ ਦਿਨ ਰਾਤ ਸੂੰਦਾ ਹੈ, ਵਧੀ ਜਾਂਦਾ ਵਧੀ ਜਾਂਦਾ। ਮੇਰੇ ਬੱਚਿਆਂ ਨੇ ਇੱਕ ਵਾਰੀ ਕਿਸੇ ਕੰਮ ਲਈ ਲੋਨ ਲੈ ਲਿਆ, ਕਿਸ਼ਤਾਂ ਦੇ ਦੇ ਕੇ ਥੱਕ ਗਏ। ਉਹ ਮੈਂ ਕਿਹਾ ਭਲਿਓ ਇਹ ਨਹੀਂ ਜੇ ਮੁੱਕਣਾ, ਆ ਲੈ ਲਓ ਸਾਰਾ ਕੁਝ ਤੇ ਇੱਕ ਵਾਰੀ ਮੁਕਾਓ, ਮੁੜ ਕੇ ਕਰਜ਼ਾ ਨਹੀਂ ਜੇ ਲੈਣਾ ਕਦੇ। ਕਰਜ਼ਾ ਬੜਾ ਖਤਰਨਾਕ। हाउ मांगो संतन रहना, मैं नाही किसी का देना। माधो कैसी बने तुम संगे, आप न दे तले वो मंगे। रहाओ दोए शेर मांगो चूना। हुण कई बंदे जिन्हां दा काम सिर्फ नुकताचीनी का, भगत जी दो सिर आटा खा जाते हैं। ਉਹ ਭਲੇ ਲੋਕੋ, ਉਹਨਾਂ ਦਾ ਪਰਿਵਾਰ ਵੀ ਸੀ, ਉਹਨਾਂ ਦੇ ਘਰ ਆਏ ਗਏ ਸਾਧੂ ਸੰਤ ਵੀ ਸਨ। ਤੇ ਜੇ ਅਸੀਂ ਕੱਚੇ ਪੱਕੇ ਪੁਰਾਣੇ ਤੋਲ ਦੀ ਗੱਲ ਕਰੀਏ, ਕਦੇ 16 ਸ਼ੇਰ ਦਾ ਮਣ ਹੁੰਦਾ ਸੀ ਤੇ ਕਦੇ 40 ਸ਼ੇਰ ਦਾ ਮਣ, ਤੇ ਅੱਜ 100 ਕਿਲੋ ਦਾ ਕੁਆਂਟਲ। ਇਸ ਚੱਕਰ 'ਚ ਨਾ ਪਓ। ਇਹੋ ਜਿਹੇ ਕਿੰਤੂ ਪਰੰਤੂ ਕਰਕੇ ਆਪਣਾ ਸਮਾਂ ਅਜਾਈ ਨਾ ਗਵਾਓ। ਭਗਤ ਜੀ ਨੇ ਉਹ ਲੋੜ ਦੀਆਂ ਚੀਜ਼ਾਂ ਮੰਗੀਆਂ ਨੇ ਜਿੰਨਾ ਕੁ ਉਹਨਾਂ ਦਾ ਨਿਤਾ ਪ੍ਰਤੀ ਖਰਚਾ। ਦੋਏ ਸ਼ੇਰ ਮੰਗੋ ਚੂਨਾ, ਪਾਓ ਘਿਓ ਸੰਗ ਲੂਣਾ। ਹੁਣ ਰੁੱਖੀਆਂ ਰੋਟੀਆਂ ਵੀ ਨਹੀਂ ਖਾਧੀਆਂ ਜਾਂਦੀਆਂ। ਭਾਈ 2 ਸੇਰ ਆਟਾ ਤੇ ਮੈਨੂੰ ਚਾਹੀਦਾ, ਤੇ 1 ਪਾਈਆ ਘਿਓ ਵੀ ਚਾਹੀਦਾ, ਰੋਟੀਆਂ ਚੋਪਣ ਲਈ ਵੀ ਚਾਹੀਦਾ, ਦਾਲ ਸਬਜ਼ੀ ਬਣਾਉਣ ਲਈ ਵੀ ਚਾਹੀਦਾ, ਥੋੜ੍ਹਾ ਲੂਣ ਵੀ ਚਾਹੀਦਾ। ਅੱਧ ਸੇਰ ਮੰਗੋ ਦਾਲੇ। 2 ਟਾਈਮਾਂ ਦੀ ਅੱਧਾ ਸਿਰ ਦਾਲ ਵੀ ਕੋਈ ਬਹੁਤੀ ਨਹੀਂ। ਪਰ ਆਪਾਂ ਇਸ ਬਹਿਸ ਵਿੱਚ ਕਿਉਂ ਪਈਏ? ਭਗਤ ਜੀ ਨੇ ਜਿਹੜੀ ਤੱਤ ਕੀ ਬਾਤ ਕਹੀ ਆ ਉਹ ਕਿਉਂ ਨਾ ਲਈਏ? ਭਗਤ ਜੀ ਨੇ योग डिमांड रखी है, और योग डिमांड रखनी साडा भी हक है, सब दा हक है। ते परमात्मा सब दियां योग लोड़ां पूरियां भी करदा। दोए शेर मंगो चूना, पाओ घियो संग लूना। अध शेर मंगो दाले, मोको दोनों वक्त जिवाले।
ਇਹ ਦੋਵੇਂ ਵਕਤਾਂ ਦਾ ਮੈਨੂੰ ਇੰਨਾ ਕੁ ਰਾਸ਼ਨ ਪਾਣੀ ਚਾਹੀਦਾ। ਫਿਰ ਭਗਤ ਜੀ ਨੇ ਕੋਈ ਸੰਗਾ ਸੰਕੋਚ ਨਹੀਂ ਕੀਤਾ। ਆਖਿਆ ਰੱਬ ਜੀ ਆਰਾਮ ਵੀ ਕਰਨਾ ਚਾਹੀਦਾ। ਖਾਟ ਮੰਗੋ ਚੌਪਾਈ। ਖਾਟ ਆਮ ਸ਼ਬਦ ਅਸੀਂ ਮੰਜੀ ਲਈ ਵਰਤਦੇ ਹਾਂ। ਮੈਨੂੰ ਮੰਜੀ ਵੀ ਚਾਹੀਦੀ, ਪਰ ਮੰਜੀ 4 ਪਾਵਿਆਂ ਵਾਲੀ ਚਾਹੀਦੀ। ਇਹ ਨਾ ਹੋਵੇ ਕਿ ਉਹਦਾ ਸਿਰੂ ਬਾਂਹ ਟੁੱਟੀ ਹੋਵੇ ਤੇ ਭਗਤ ਜੀ ਵਿੱਚ ਹੀ ਲਟਕਦੇ ਰਹਿਣ। ਖਾਟ ਮੰਗੋ ਚੌਪਾਈ, ਸਿਰਹਾਨਾ ਅਬਰ ਤੁਲਾਈ। ਸਿਰ ਰੱਖਣ ਵਾਸਤੇ ਸਿਰਹਾਣਾ ਵੀ ਚਾਹੀਦਾ ਤੇ ਥੱਲੇ ਇੱਕ ਗਦੇਲਾ ਵੀ ਚਾਹੀਦਾ। ਕੋਈ ਉਹਨੂੰ ਤਲਾਈ ਕਹਿੰਦਾ, ਕੋਈ ਗਦੇਲਾ ਕਹਿੰਦਾ। ਤੇ ਜੇ ਸਰਦੀਆਂ ਹੋਣ ਤੇ ਉੱਪਰ ਕੋ ਮੰਗੋ ਖੀਂਦਾ। ਹੁਣ ਕੋਈ ਖੀਂਦਾ ਕਹਿੰਦਾ, ਕੋਈ ਲੇਫ ਕਹਿੰਦਾ, ਕੋਈ ਰਜਾਈ ਕਹਿੰਦਾ। ਇਹ ਬੋਲੀ ਦਾ ਫਰਕ ਹੋ ਸਕਦਾ ਹੈ। ਲੋੜਾਂ ਉਹੋ ਹੀ ਨੇ ਲਗਭਗ ਜਿਹੜੀਆਂ ਹਰ ਮਨੁੱਖ ਦੇ ਨਾਲ ਜੁੜੀਆਂ। ਖਾਟ ਮੰਗੋ ਚੌਪਾਈ, ਸਿਰਹਾਨਾ ਅਬਰ ਤੁਲਾਈ। ਉੱਪਰ ਕੋ ਮੰਗੋ ਖੀਂਦਾ, ਤੇਰੀ ਭਗਤ ਕਰੇ ਜਨ ਥੀਂਦਾ। ਆਖਿਆ ਮੇਰੀਆਂ ਇੰਨੀਆਂ ਕੁ ਲੋੜਾਂ ਪੂਰੀਆਂ ਹੋ ਜਾਣ, ਫਿਰ ਮੈਂ ਤੇਰੀ ਭਗਤੀ ਥਿੰਦਾ ਹੋ ਕੇ ਕਰਾਂ, ਭਿੱਜ ਕੇ ਕਰਾਂ, ਜੁੜ ਕੇ ਕਰਾਂ, ਸੱਚੇ ਮਨੋਂ ਕਰਾਂ। ਕਿਉਂਕਿ ਜਦੋਂ ਲੋੜਾਂ ਵੱਲ ਧਿਆਨ ਹੀ ਨਾ ਹੋਵੇਗਾ, ਫਿਰ ਭਗਤੀ ਜ਼ਰੂਰ। ਕਲਗੀਆਂ ਵਾਲੇ ਪਾਤਸ਼ਾਹ ਨੇ ਵੀ ਫਰਮਾਇਆ, ਏਕ ਚਿੱਤ ਜੈ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਲਓ, ਚੌਥੇ ਪਦ ਵਿੱਚ ਭਗਤ ਜੀ ਨੇ ਕਲੀਅਰ ਸਪਸ਼ਟ ਕਹਿਤਾ, ਮੈਂ ਨਾ ਹੀ ਕੀਤਾ ਲੱਭੋ। ਮੈਂ ਕੋਈ ਲਾਲਚ ਨਹੀਂ ਕੀਤਾ ਪ੍ਰਭੂ ਜੀ, ਮੈਂ ਕੋਈ ਐਸੀ ਨਜਾਇਜ਼ ਮੰਗ ਤੁਹਾਡੇ ਸਾਹਮਣੇ ਨਹੀਂ ਰੱਖੀ। ਇੱਕ ਨਾਉ ਤੇਰਾ ਮੈਂ ਫੱਬੋ। ਉਹ ਮੈਨੂੰ ਤੁਹਾਡਾ ਨਾਮ ਹੀ ਸਭ ਤੋਂ ਪਿਆਰਾ ਲੱਗਦਾ। ਮੈਂ ਨਾਮ ਨਾਲ ਹੀ ਜੁੜਨਾ ਚਾਹੁੰਦਾ। ਪਰ ਆਹ ਜਿਹੜੀਆਂ ਚੀਜ਼ਾਂ ਹਨ ਇਹ ਜ਼ਰੂਰੀ ਹਨ। ਤੁਸੀਂ ਵੀ ਸਾਰੇ ਸਹਿਮਤ ਹੋਵੋਗੇ। ਪਰ ਅਸੀਂ ਤੇ ਇਹਨਾਂ ਚੀਜ਼ਾਂ ਤੇ ਸੰਤੁਸ਼ਟ ਨਹੀਂ ਹੁੰਦੇ। ਅਗਾਂਹ ਤੋਂ ਅਗਾਂਹ, ਅਗਾਂਹ ਤੋਂ ਅਗਾਂਹ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀਏ। ਕੋਟ ਜੋਰੇ ਲਾਗ ਕਰੋਰੇ, ਮਨ ਨਾ ਹੋਰੇ, ਪਰੇ ਪਰੇ ਕੁਲ ਜੀਏ। ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਤਬ ਕਾਜੈ। ਨਾਮ ਰੰਗ ਸਰਬ ਸੁਖ ਹੋਏ, ਬੜ ਭਾਗੀ ਕਿਸੈ ਪ੍ਰਾਪਤ ਹੋਏ। ਮੈਂ ਨਾਹੀ ਕੀਤਾ ਲੱਭੋ, ਇੱਕ ਨਾਉ ਤੇਰਾ ਮੈਂ ਫੱਬੋ। ਕਹਿ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣਿਆ। ਕਬੀਰ ਜੀ ਕਹਿੰਦੇ ਹਨ, ਹੁਣ ਮੇਰਾ ਮਨ ਮੰਨ ਕੇ, ਜਦੋਂ ਮਨ ਮੰਨ ਜਾਏ ਫਿਰ ਹਰੀ ਨੂੰ ਜਾਣ ਲੈ, ਫਿਰ ਹਰੀ ਨਾਲ ਇੱਕ ਮਿਕ ਹੋ ਗਿਆ, ਫਿਰ ਹਰੀ ਤੋਂ ਬਿਨਾਂ ਰਿਹਾ ਹੀ ਨਹੀਂ ਜਾ ਸਕਦਾ। ਤੋ ਸਾਧ ਸੰਗਤ ਜੀ, ਭਗਤ ਕਬੀਰ ਜੀ ਦੇ ਇਹਨਾਂ ਸ਼ਬਦਾਂ ਤੋਂ ਕਿੰਨੀ ਪਰਮੇਸ਼ਵਰ ਨਾਲ ਨੇੜਤਾ, ਕਿੰਨੀ ਸਪਸ਼ਟਤਾ, ਬਿਨਾਂ ਝਿਜਕ ਹੋ ਕੇ ਗੁਰਬਾਣੀ ਨੇ ਸਾਨੂੰ ਇਹ ਗਿਆਨ ਦਿੱਤਾ ਕਿ ਦੱਦਾ ਦਾਤਾ ਏਕ ਹੈ, ਸਭ ਕੋ ਦੇਵਣ ਹਾਰ। ਦੇਂਦੇ ਟੋਟ ਨ ਆਵਈ, ਅਗਣਤ ਭਰੇ ਭੰਡਾਰ। ਦੈਨ ਹਾਰ ਸਦ ਜੀਵਨ ਹਾਰਾ, ਮਨ ਮੂਰਖ ਕਿਉਂ ਤਾਹੇ ਵਿਸਾਰ। ਆਖਿਆ ਉਸ ਪਰਮਾਤਮਾ ਨੂੰ ਕਦੇ ਨਾ ਭੁਲਾਓ ਅਤੇ ਉਹ ਸਭ ਨੂੰ ਸਭ ਕੁਝ ਦਿੰਦਾ ਹੈ। ਆਓ ਦ੍ਰਿੜਤਾ ਦੇ ਨਾਲ ਪਰਮਾਤਮਾ ਦੀ ਭਗਤੀ ਕਰੀਏ, ਸਿਮਰਨ ਕਰੀਏ ਤੇ ਆਪਣਾ ਜੀਵਨ ਸਫਲ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।